ਵੈਲਕਮ 7th ਕਲਾਸ ਸਟੂਡੈਂਟਸ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਲੈਟਸ ਲਰਨ ਵਿਦ ਈਜ਼ੀ ਟ੍ਰਿਕਸ 'ਤੇ। ਬੇਟੇ ਅੱਜ ਆਪਾਂ ਚੈਪਟਰ ਸ਼ੁਰੂ ਕਰ ਰਹੇ ਹਾਂ 12th ਚੈਪਟਰ, ਜਿਸ ਦਾ ਨਾਮ ਹੈ ਬੀਜ ਗਣਿਤਿਕ ਵਿਅੰਜਕ। ਦੇਖੋ ਪਹਿਲੇ ਸਮ ਕੁਐਸਚਨ 'ਚ ਲਿਖਿਆ ਵੀ ਹੋਇਆ, ਇੰਗਲਿਸ਼ ਦੇ ਵਿੱਚ ਨਾਮ ਹੈਗਾ ਐਲਜਬਰਿਕ ਐਕਸਪ੍ਰੈਸ਼ਨਸ। ਠੀਕ ਹੈ ਜੀ। ਤਾਂ ਦੇਖੋ ਇਸ ਦਾ ਆਪਾਂ ਥੋੜ੍ਹਾ ਜਿਹਾ ਆਪਾਂ ਸਮਝ ਕੇ ਆਏ ਹੋਏ ਹਾਂ 6ਵੀਂ ਦੇ ਵਿੱਚ, ਇਸ ਕਰਕੇ 7ਵੀਂ 'ਚ ਹੁਣ ਜਦ ਆਪਾਂ ਇਹਨੂੰ ਕਰਾਂਗੇ ਇਸ ਚੈਪਟਰ ਨੂੰ ਤਾਂ ਤੁਹਾਨੂੰ ਈਜ਼ੀਲੀ ਇਹ ਸਮਝ ਆਏਗਾ। ਠੀਕ ਹੈ ਜੀ। ਤਾਂ ਫਸਟ ਕੁਐਸਚਨ ਦੇਖੋ ਬੇਟਾ, ਹੇਠ ਲਿਖਿਆਂ ਲਈ ਬੀਜ ਗਣਿਤਿਕ ਵਿਅੰਜਕ ਲਿਖੋ। ਜਨਰੇਟ ਐਲਜਬਰਿਕ ਐਕਸਪ੍ਰੈਸ਼ਨਸ ਫॉर ਦਾ ਫੋਲੋਇੰਗ। ਪਹਿਲਾ ਕੀ ਹੈ ਬੇਟਾ, A ਅਤੇ B ਦਾ ਜੋੜਫਲ, ਸਮ ਆਫ A ਐਂਡ B। ਤਾਂ ਇਹਦਾ ਆਨਸਰ ਕਿੱਦਾਂ ਲਿਖਾਂਗੇ ਰਾਜੇ? ਆਪਾਂ ਲਿਖਾਂਗੇ A ਪਲੱਸ B। ਤਾਂ ਪਹਿਲੇ ਦਾ ਆਨਸਰ ਸਮਝ ਆ ਗਿਆ। ਆਪਾਂ ਨੇ ਸਟੇਟਮੈਂਟ ਪੜ੍ਹੀ, ਪੰਜਾਬੀ ਅਤੇ ਇੰਗਲਿਸ਼ 'ਚ ਲਿਖੀ ਹੋਈ ਸੀ, ਉਸਨੂੰ ਆਪਾਂ ਐਲਜਬਰਿਕ ਐਕਸਪ੍ਰੈਸ਼ਨ ਦੇ ਵਿੱਚ ਲਿਖਤਾ। ਤਾਂ ਐਲਜਬਰਿਕ ਐਕਸਪ੍ਰੈਸ਼ਨ ਪਤਾ ਹੈ ਨਾ, ਪਲੱਸ ਮਾਈਨਸ ਦੇ ਨਾਲ ਆਪਣੇ ਕੋਲੇ ਵੇਰੀਏਬਲਸ ਐਂਡ ਕੌਂਸਟੈਂਟਸ ਇਕੱਠੇ ਕੀਤੇ ਹੁੰਦੇ ਆ, ਉਸ ਰਿਲੇਸ਼ਨ ਨੂੰ ਆਪਾਂ ਕਹਿੰਦੇ ਹੁੰਦੇ ਆ ਐਕਸਪ੍ਰੈਸ਼ਨ। ਅਗਲਾ ਦੇਖੋ, ਸੰਖਿਆ Z ਨੂੰ ਆਪਣੇ ਆਪ ਨਾਲ ਹੀ ਗੁਣਾ ਕੀਤਾ ਜਾਂਦਾ ਹੈ। ਦਾ ਨੰਬਰ Z ਮਲਟੀਪਲਾਈਡ ਬਾਏ ਇਟਸੈਲਫ। ਤਾਂ ਇਹਦਾ ਆਨਸਰ ਆਏਗਾ ਬੇਟਾ, ਦੇਖੋ Z ਨੂੰ Z ਨਾਲ ਹੀ ਮਲਟੀਪਲਾਈ ਕਰਨਾ ਹੈ, ਤਾਂ ਆਨਸਰ ਆਊਗਾ Z ਸਕੇਅਰ। ਥਰਡ ਹੈਗਾ ਬੇਟਾ, X ਅਤੇ Y ਦੀ ਗੁਣਾ ਨੂੰ M ਅਤੇ N ਦੀ ਗੁਣਾ ਵਿੱਚ ਜੋੜੋ। ਦਾ ਪ੍ਰੋਡਕਟ ਆਫ X ਐਂਡ Y ਐਡਿਡ ਟੂ ਦਾ ਪ੍ਰੋਡਕਟ ਆਫ M ਐਂਡ N। ਤਾਂ ਥਰਡ ਦਾ ਆਨਸਰ ਆਏਗਾ ਬੇਟਾ, ਐਕਸ ਵਾਈ ਦੀ ਜਿਹੜੀ ਪ੍ਰੋਡਕਟ ਹੈ ਉਹਦੇ ਵਿੱਚ ਆਪਾਂ ਐਡ ਕਰਨਾ M ਅਤੇ N ਦੀ ਪ੍ਰੋਡਕਟ। ਬੇਟੇ ਐਕਸ ਅਤੇ ਵਾਈ ਨੂੰ ਜਦੋਂ ਗੁਣਾ ਕਰਦੇ ਹਾਂ ਤਾਂ ਉਹ ਐਕਸ ਵਾਈ ਇੱਦਾਂ ਹੀ ਇਕੱਠਾ ਲਿਖਿਆ ਜਾਂਦਾ ਹੈ। ਦੇਖੋ ਕੁਐਸਚਨ ਸਮਝ ਆ ਗਿਆ ਥਰਡ। ਹੁਣ ਫੋਰਥ ਦੇਖੋ, ਸੰਖਿਆ P ਨੂੰ 5 ਨਾਲ ਭਾਗ ਕਰਕੇ Q ਨਾਲ ਗੁਣਾ ਕਰੋ। ਕੋਸ਼ੈਂਟ ਆਫ P ਬਾਏ 5, ਕੋਸ਼ੈਂਟ ਆਫ ਮਤਲਬ ਭਾਗ ਕਰਕੇ, ਠੀਕ ਹੈ, P ਬਾਏ 5 ਇਜ਼ ਮਲਟੀਪਲਾਈਡ ਬਾਏ Q। ਤਾਂ ਇਹਦਾ ਆਨਸਰ ਕੀ ਆਏਗਾ ਬੇਟਾ, P ਨੂੰ ਆਪਾਂ 5 ਨਾਲ ਕਰਨਾ ਜੀ ਭਾਗ, ਠੀਕ ਹੈ, ਅਤੇ ਉਹਨੂੰ ਆਪਾਂ ਕਰਨਾ Q ਨਾਲ ਮਲਟੀਪਲਾਈ। ਠੀਕ, ਤਾਂ ਇਹਦਾ ਆਨਸਰ ਆਊਗਾ PQ ਬਟੇ 5। ਠੀਕ ਹੈ ਜੀ। ਤਾਂ ਇਹ ਕੁਐਸਚਨ ਸਮਝ ਆ ਗਏ। ਹੁਣ ਇਸ ਤੋਂ ਬਾਅਦ ਮੈਨੂੰ ਸਕਰੀਨ ਨੂੰ ਸਾਫ਼ ਕਰਦੀ ਹਾਂ, ਫਿਰ ਆਪਾਂ ਅਗਲੇ ਕੁਐਸਚਨ ਕਰਦੇ ਹਾਂ। ਹਾਂਜੀ ਬੇਟਾ ਦੇਖੋ ਹੁਣ 5th ਕੁਐਸਚਨ ਕਰਦੇ ਹਾਂ ਆਪਾਂ, ਇਹਦਾ 5th ਪਾਰਟ। ਸੰਖਿਆ Z ਦੇ ਅੱਧੇ ਨੂੰ ਸੰਖਿਆ T ਦੇ ਦੁੱਗਣੇ ਵਿੱਚ ਜੋੜੋ। ਇੰਗਲਿਸ਼ ਦੇਖੋ, 1/2 ਆਫ Z ਐਡਿਡ ਟੂ ਟਵਾਈਸ ਨੰਬਰ T। 1/2 ਆਫ Z ਮਤਲਬ Z ਦਾ ਬੇਟਾ ਆਪਾਂ ਕਰਨਾ ਹੈ ਹਾਫ, ਠੀਕ ਹੈ ਜੀ, Z/2 ਹੋ ਗਿਆ। ਐਡਿਡ ਟੂ ਟਵਾਈਸ ਦਾ ਨੰਬਰ T, ਤਾਂ T ਦੇ ਦੁੱਗਣੇ ਵਿੱਚ ਇਹਨੂੰ ਜੋੜਨਾ, ਤਾਂ 2T ਇਹਦੇ ਵਿੱਚ ਆਪਾਂ ਜੋੜਨਾ। ਠੀਕ ਹੈ ਜੀ। 5th ਕੁਐਸਚਨ ਸਮਝ ਆ ਗਿਆ। ਆਪਾਂ 2T ਅੱਗੇ ਵੀ ਲਿਖ ਸਕਦੇ ਹਾਂ ਇਹਦੇ, ਠੀਕ ਹੈ, ਕਿੱਦਾਂ? ਤਾਂ 2T ਪਲੱਸ Z/2। ਦੇਖੋ ਸਮਝ ਆ ਗਿਆ। ਹੁਣ ਆਪਾਂ 6 ਕੁਐਸਚਨ ਪੜ੍ਹਦੇ ਹਾਂ। ਸੰਖਿਆਵਾਂ X ਅਤੇ Z ਦੇ ਵਰਗਾਂ ਨੂੰ ਜੋੜੋ। ਸਮ ਆਫ ਸਕੇਅਰ ਆਫ ਨੰਬਰਸ X ਐਂਡ Z। ਤਾਂ ਬੇਟਾ X ਦਾ ਸਕੇਅਰ ਕਿੰਨਾ ਹੋਊਗਾ? X ਦੇ ਉੱਪਰ 2 ਘਾਤ ਪਾਤੀ, ਪਲੱਸ ਕਰਨਾ ਆਪਾਂ Y ਦੇ ਸਕੇਅਰ 'ਚ, ਠੀਕ ਹੈ, ਇਹ ਹੋ ਗਿਆ X, Y ਨਹੀਂ Z ਹੈ। X ਅਤੇ Z ਦੇ ਵਰਗਾਂ ਦਾ ਜੋੜ, ਠੀਕ ਹੈ ਜੀ। ਇਸ ਦਾ ਲਾਸਟ ਕੁਐਸਚਨ ਕਰਦੇ ਹਾਂ। ਸਮ ਆਫ ਦਾ ਨੰਬਰਸ X ਐਂਡ Z। ਸੰਖਿਆਵਾਂ X ਅਤੇ Z ਦਾ ਜੋੜ। ਤਾਂ ਸੰਖਿਆਵਾਂ X ਅਤੇ Z ਦਾ ਜੋੜ ਕਰ ਲਿਆ। ਹਾਂਜੀ, ਅੱਗੇ ਕੀ ਕਰਨਾ ਹੈ? ਐਂਡ Z ਇਜ਼ ਸਬਟਰੈਕਟਿਡ ਫਰੋਮ ਦੇਅਰ ਪ੍ਰੋਡਕਟ। ਸੰਖਿਆਵਾਂ X ਅਤੇ Z ਦਾ ਜੋੜ ਅਤੇ ਇਹਨਾਂ ਦੇ ਗੁਣਨਫਲ ਵਿੱਚੋਂ ਘਟਾਓ। ਸੰਖਿਆ X ਅਤੇ Z ਦੇ ਜੋੜ ਨੂੰ ਇਹਨਾਂ ਦੇ ਹੀ ਗੁਣਾ ਵਿੱਚੋਂ, ਦੇਖੋ ਬੇਟਾ ਇਹੀ ਬੋਲ ਰਹੇ ਹਾਂ ਆਪਾਂ, ਉਹੀ ਜੋ ਬੋਲ ਰਹੇ ਹਾਂ ਉਹ ਲਿਖ ਰਹੇ ਹਾਂ। ਸਮ ਆਫ ਦਾ ਨੰਬਰਸ X ਐਂਡ Z, ਇਹ ਸੀਗਾ, ਇਜ਼ ਸਬਟਰੈਕਟਿਡ ਫਰੋਮ ਦੇਅਰ ਪ੍ਰੋਡਕਟ, ਉਹਨਾਂ ਦੀ ਹੀ ਗੁਣਾ ਦੇ ਵਿੱਚੋਂ ਘਟਾਉਣਾ। ਠੀਕ ਹੈ ਬੇਟਾ, 7 ਕੁਐਸਚਨਸ ਤੱਕ ਸਮਝ ਆ ਗਏ। ਹੁਣ ਆਪਾਂ ਕਰਦੇ ਹਾਂ ਇਹਦਾ ਸੈਕਿੰਡ ਕੁਐਸਚਨ। ਹਾਂਜੀ ਬੇਟਾ ਸੈਕਿੰਡ ਕੁਐਸਚਨ ਕਰ ਰਹੇ ਹਾਂ ਹੁਣ ਆਪਾਂ। ਦੇਖੋ, ਸੈਪਰੇਟ ਕੌਂਸਟੈਂਟ ਟਰਮਸ ਐਂਡ ਵੇਰੀਏਬਲ ਟਰਮਸ ਫਰੋਮ ਦਾ ਫੋਲੋਇੰਗ। ਹੇਠਾਂ ਲਿਖਿਆਂ ਵਿੱਚੋਂ ਅਚਲ ਪਦਾਂ ਅਤੇ ਚਲ ਪਦਾਂ ਨੂੰ ਵੱਖ-ਵੱਖ ਕਰੋ। ਤਾਂ ਬੇਟਾ ਇਹ ਕੀ ਹੁੰਦੇ ਨੇ? ਕੌਂਸਟੈਂਟ ਤੇ ਵੇਰੀਏਬਲ। ਕੌਂਸਟੈਂਟ ਟਰਮਸ ਨੇ ਜਿਨ੍ਹਾਂ ਦਾ ਮੁੱਲ ਕਦੇ ਵੀ ਨਹੀਂ ਬਦਲਦਾ, ਅਚਲ, ਠੀਕ ਹੈ। ਇਹਨਾਂ ਦਾ ਮਤਲਬ ਇਹ ਅਚਲ, ਜੋ ਚੱਲਦੀਆਂ ਨਹੀਂ, ਜੋ ਬਦਲਦੀਆਂ ਨਹੀਂ, ਠੀਕ ਹੈ।
कॉन्सटेंट का मतलब स्थिर। तो ये किहड़े हुंदे ने बेटा, अपनी सारी काउंटिंग जिन्नी भी है वो अचल ने, कॉन्सटेंट ने, ठीक है। वैदर वो जीरो है, नैगेटिव है, पॉजिटिव है, कुछ भी है, वो की ने, कॉन्सटेंट। तो जिहड़े हुंदे ने बेटा वेरीएबल, उन्होंने आपां पंजाबी च कहने हुन्ने आ चल, तो इन्हां दा मुੱਲ हमेशा बदलदा रहिंदा है। जिद्दां मैं लिख रही हाँ एक्स वाई जैड ए बी, तो ये जिहड़े इंग्लिश के अल्फाबैट ने ये जिहड़े होणगे चल होणगे, वेरीएबल होणगे। क्यों बेटे, क्योंकि जे आपां एक्स की थां ते जे आपां नूं कह दे भी 100 वैल्यू भरो, तो एक्स की वैल्यू कितनी हो जूगी फिर 100। जे एक्स की थां ते आपां नूं कहा जाए कि 1 वैल्यू भरनी है, तो वही वैल्यू कितनी हो जाएगी 1। तो इसका मतलब वो हर बार अपनी वैल्यू नूं चेंज करेगा, वो बदलेगा, इस करके उन्होंने आपां कहने आ वेरीएबल। तो कॉन्सटेंट ते वेरीएबल आपां अलग अलग करने ने। तो ध्यान नाल देखो बेटा क्वेश्चनस नूं। जिहड़ा 7 है इहदे नाल कोई भी अल्फाबैट नहीं है, इंग्लिश का अखर नहीं है, तो ये होगा कॉन्सटेंट। चल अचल, ठीक है। बाकी दे जिन्ने भी अपनी टर्म्स लिखियां हुई हैं सब दे नाल इंग्लिश अल्फाबैट लगे हुए हैं। इट मीनस ये सारियां टर्म्स की ने बेटा वेरीएबल्स, वेरीएबल टर्म्स, अचल पद। ठीक है जी, समझ आ गया है क्वेश्चन। चलो हुण आपां इस तो नैक्सट क्वेश्चन करते हैं। हाँ जी बेटा, अगला क्वेश्चन हैगा अपने कोले 3rd क्वेश्चन। इस विच ये कह रहे हैं राइट द टर्म्स फैक्टर्स फॉर ईच ऑफ द फॉलोइंग अलजबरिक एक्सप्रैशन। हेठां लिखे व्यंजकां विच पदां अते उन्हां दे गुणनखंडां नूं लिखो। तो की आपां इहदे विच अलग अलग करना, एक्सप्रैशनस दे विच टर्म्स अलग करनियां ने ते उहदे गुणनखंड अलग करने हैं। हाँ जी, तो 3rd क्वेश्चन नूं करन लई बेटा तुहानूं इस तरह एक टेबल बनाना पएगा। फस्ट ते तुसीं लिखोगे व्यंजक, फिर लिखोगे पद, फिर लिखोगे गुणनखंड, एक्सप्रैशन, टर्म्स, फैक्टर्स। तो फस्ट क्वेश्चन लिखते हैं बेटा। फस्ट क्वेश्चन की रकम है 2x² प्लस 3xy। तो ये किनिया टर्म्स ने बेटा, टर्म्स हैगियां ने ये 2। फस्ट टर्म केड़ी है 2x², सैकेंड टर्म केड़ी है 3xy। हुण गुणनखंडां का मतलब की हुंदा है, ये आपां सारे छोटे तो छोटे टोटे बना देंदे ने जिहड़े इसनूं डिवाइड कर सकते हैं, इनू भाग कर सकते हैं। ठीक है, तो किहड़े हो सकणगे, 2 है, एक्स के उपर स्केयर है, देखो तो एक्स कितनी बार लिखांगे आपां 2 टाइम्स। हाँ जी, 3xy है तो 3x ते y ये फैक्टर्स हो गए। देखो सौखा सी ना क्वेश्चन, समझ आ गया ना। हुण आपां नैक्सट करते हैं। हाँ जी, मैं नैक्सट की स्टेटमेंट लिख रही हाँ। 3rd का सैकेंड पार्ट ये हैगा बेटा 15x² प्लस 3xy²। तो किनिया टर्म्स ने, सेम पहले सम की तरह इस विच भी 2 टर्म्स ने। दोनों टर्म्स मैं लिख लिया। हुण फैक्टर्स बनाओ जी। 15 देखो एक्स कितनी वारी है 2 टाइम्स, तो फिर हैगा वाई। नैक्सट विच देखो 3 है, फिर एक्स है, वाई के उपर स्केयर है, तो वाई किन्ने टाइम्स लिखना है, किन्नी वारी लिखना है आपां 2 वारी। ठीक है जी, थर्ड सम देखो इहदा, ये हैगा -7xyz²। देखो एक सिंगल टर्म ही है ये। ठीक है, किन्ने पद ने, इक्को ही पद है, तो ये आप फैक्टर बनावांगे। माइनस का 7 है, एक्स है, वाई है, तो 2 वारी Z है। ठीक है, 7xy ये सिंगल सिंगल वारी सी, ते Z के उपर स्केयर होने करके किन्नी वारी सी 2 टाइम्स। ठीक है जी, थर्ड क्वेश्चन समझ आ गया। हुण इहदा फोर्थ पार्ट देखो, डी पार्ट है जिहड़ा। हाँ जी, फोर्थ पार्ट दे विच है अपने कोले 100pq प्लस 10p² देखो ये 2 ही टर्म्स ने। तो फस्ट टर्म केड़ी है बेटा 100pq, सैकेंड टर्म केड़ी है 10p²। तो चलो हुण ये गुणनखंड बनाने आ। 100 है, फिर p है, फिर q है। देखो किसी के उपर भी स्केयर नहीं ना सीगा, वर्ग नहीं सी, इस करके आपां उहनूं सिंगल सिंगल वारी ही लिखांगे। हुण दूसरे विच अपने कोले 10 है, p के उपर देखो स्केयर है, तो p कितनी बार लिखा जाएगा 2 बारी। क्यू के उपर स्केयर है, तो क्यू कितनी बार लिखा जाएगा 2 बारी। ठीक है जी, समझ आ गया। हुण इहदा फिफ्थ पार्ट करते हैं। फिफ्थ पार्ट दे विच है xy प्लस 3x² y²।
ਤਾਂ ਕਿੰਨੀਆਂ ਟਰਮਸ ਨੇ ਬੇਟਾ? ਹੁਣ ਤੱਕ ਦੇਖੋ 2 ਹੀ ਟਰਮਸ ਆ ਰਹੀਆਂ ਨੇ ਆਪਣੇ ਕੋਲ, ਜਿੰਨੇ ਸਮ ਕੀਤੇ ਨੇ, ਜਾਂ 2 ਸੀ ਜਾਂ 1 ਸੀ। ਚਲੋ ਦੋਨੋਂ ਟਰਮਸ ਲਿਖ ਲੀਆਂ। ਪਹਿਲੀ ਦੇ ਫੈਕਟਰ ਕੀ ਬਣ ਜਾਣਗੇ? x ਤੇ y। ਦੂਜੇ ਵਿੱਚ ਦੇਖੋ 3 ਹੈ, ਫਿਰ 2 ਟਾਈਮਸ x ਹੈ, ਫਿਰ 2 ਟਾਈਮਸ y ਹੈ। ਕਿਉਂਕਿ x ਦੇ ਉੱਪਰ ਸਕੇਅਰ ਹੈ ਬੇਟਾ, ਤਾਂ x ਨੂੰ ਕਿੰਨੀ ਵਾਰ ਲਿਖਣਾ ਆਪਾਂ? 2 ਵਾਰੀ। 5 ਸਮਸ ਕਰ ਲਿਆ ਆਪਾਂ। ਹੁਣ ਇਹਦਾ 6th ਪਾਰਟ ਕਰਦੇ ਹਾਂ। ਉਹਦਾ ਐਕਸਪ੍ਰੈਸ਼ਨ ਥੋੜਾ ਵੱਡਾ ਹੈ। ਦੇਖੋ ਮਾਈਨਸ ਦਾ 7 x ਸਕੇਅਰ ਵਾਈ ਜ਼ੈਡ ਪਲੱਸ 3 x ਵਾਈ ਸਕੇਅਰ ਜ਼ੈਡ ਪਲੱਸ 2 x ਵਾਈ ਜ਼ੈਡ ਸਕੇਅਰ। ਠੀਕ ਹੈ, ਤਾਂ ਕਿੰਨੀਆਂ ਟਰਮਸ ਨੇ ਬੇਟਾ ਇਹਦੇ ਵਿੱਚ? 3 ਟਰਮਸ। ਤਾਂ ਤਿੰਨੋਂ ਆਪਾਂ ਲਿਖ ਲੀਆਂ, ਕਿਉਂਕਿ ਆਪਣਾ ਜਿਹੜਾ ਸਮ ਸੀ, ਸਟੇਟਮੈਂਟ ਸੀ, ਉਹ ਕਹਿੰਦੀ ਸੀ ਪਹਿਲਾਂ ਟਰਮਸ ਅੱਡ ਕਰੋ, ਫਿਰ ਉਹਨਾਂ ਟਰਮਸ ਦੇ ਫੈਕਟਰਸ ਬਣਾਓ। ਹੁਣ ਆਪਾਂ ਇਹ ਟਰਮਸ ਦੇ ਫੈਕਟਰ ਬਣਾਉਂਦੇ ਹਾਂ। ਕੀ ਬਣਨਗੇ ਬੇਟਾ? 7 ਮਾਈਨਸ ਦਾ 2 ਟਾਈਮਸ x ਹੈ, ਫਿਰ y ਹੈ, ਫਿਰ z ਹੈ। ਠੀਕ ਹੈ, ਨੈਕਸਟ ਦੇ ਕੀ ਬਣਨਗੇ? 3x। y ਦੇ ਉੱਪਰ ਸਕੇਅਰ ਹੈ ਤਾਂ y 2 ਵਾਰੀ। ਕਲੀਅਰ ਹੋ ਗਿਆ। ਥਰਡ ਦੇ ਵਿੱਚ ਦੇਖੋ 2 ਹੈ, ਫਿਰ x ਹੈ, ਫਿਰ y ਹੈ। z ਦੇ ਉੱਪਰ ਸਕੇਅਰ ਹੈ ਤਾਂ z ਕਿੰਨੀ ਵਾਰ ਲਿਖਿਆ ਜਾਏਗਾ? 2 ਟਾਈਮਸ। ਤਾਂ ਦੇਖੋ ਬੇਟਾ, ਇਹ ਸੀਗੇ ਤੁਹਾਡੇ ਸਾਰੇ ਜਿਹੜੇ ਸਮ ਥਰਡ ਦੇ ਪਾਰਟਸ। ਇੱਕ ਵਾਰ ਮੈਂ ਸਾਰੀ ਸਕਰੀਨ ਦੇ ਉੱਪਰ ਲੈ ਆਂਦੇ। ਫਸਟ ਜਿਹੜਾ ਕਾਲਮ ਹੈ ਬਣਾਉਣਾ ਹੈ ਐਕਸਪ੍ਰੈਸ਼ਨ ਦਾ, ਰਕਮ ਦਾ, ਫਿਰ ਆਪਾਂ ਲਿਖਣੇ ਉਹਨਾਂ ਦੇ ਪਦ, ਟਰਮਸ, ਫਿਰ ਲਿਖਣੇ ਨੇ ਉਹਨਾਂ ਦੇ ਗੁਣਨਖੰਡ। ਠੀਕ ਹੈ ਜੀ, ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ, ਬਾਅਦ ਵਿੱਚ ਆਪਣਾ ਕਾਪੀ 'ਤੇ ਨੋਟ ਕਰ ਲੈਣਾ। ਠੀਕ ਹੈ ਜੀ, ਹੁਣ ਆਪਾਂ ਇਸ ਤੋਂ ਬਾਅਦ ਇਸ ਤੋਂ ਨੈਕਸਟ ਸਮ ਕਰਦੇ ਹਾਂ। ਹੁਣ ਉਸ ਤੋਂ ਨੈਕਸਟ ਜਿਹੜਾ ਹੈ 4th ਸਮ ਕਰ ਰਹੇ ਹਾਂ। 4th ਸਮ ਹੈ ਬੇਟਾ, ਕਲਾਸੀਫਾਈ ਦਾ ਫੋਲੋਇੰਗ ਅਲਜਬਰਿਕ ਐਕਸਪ੍ਰੈਸ਼ਨ ਇਨਟੂ ਮੋਨੋਮੀਅਲ, ਬਾਇਨੋਮੀਅਲ ਐਂਡ ਟਰਾਈਨੋਮੀਅਲ। ਹੇਠਾਂ ਲਿਖੇ ਵਿਅੰਜਕਾਂ ਨੂੰ 1 ਪਦੀ, 2 ਪਦੀ ਅਤੇ 3 ਪਦੀ ਦੇ ਰੂਪ ਵਿੱਚ ਵੰਡੋ। ਤਾਂ ਪਹਿਲਾਂ ਬੇਟਾ ਇਹਨਾਂ ਨੂੰ ਹੀ ਸਮਝ ਲਓ ਇਹ ਹੁੰਦੇ ਕੀ ਨੇ। ਦੇਖੋ, ਜੇ ਮੈਂ ਲਿਖਦੀ ਹਾਂ ਮੋਨੋਮੀਅਲ, ਤਾਂ ਇਹ ਜਿਹਾ ਐਕਸਪ੍ਰੈਸ਼ਨ ਜਿਹਦੇ ਵਿੱਚ ਸਿਰਫ ਇੱਕ ਹੀ ਪਦ ਹੈ, ਤਾਂ ਕਰਕੇ ਇਹਨੂੰ 1 ਪਦੀ ਵੀ ਕਹਿੰਦੇ ਆ। ਠੀਕ ਹੈ, ਕਿੰਨਾ ਹੁੰਦੀਆਂ ਨੇ ਇਹ 'ਚ ਟਰਮਸ? ਓਨਲੀ 1 ਟਰਮ। ਠੀਕ ਹੈ, ਜਦੋਂ ਆਪਾਂ ਕਹਿੰਦੇ ਹਾਂ ਬਾਇਨੋਮੀਅਲ, ਤਾਂ ਇਹਦਾ ਮਤਲਬ ਹੁੰਦਾ ਹੈ 2 ਪਦੀ। ਇਹਦੇ ਵਿੱਚ ਕਿੰਨੀਆਂ ਟਰਮਸ ਹੋਣਗੀਆਂ? ਕਿੰਨੀਆਂ ਰਕਮਾਂ ਹੋਣਗੀਆਂ? 2 ਹੀ ਰਕਮਾਂ ਹੋਣਗੀਆਂ। ਠੀਕ ਹੈ, ਤੇ ਜੇ ਥਰਡ ਆਪਾਂ ਕਹਿੰਦੇ ਹਾਂ ਟਰਾਈਨੋਮੀਅਲ, ਤਾਂ ਇਹ ਹੁੰਦਾ ਬੇਟਾ 3 ਪਦੀ। ਇਹਦੇ ਵਿੱਚ ਕਿੰਨੀਆਂ ਰਕਮਾਂ ਹੁੰਦੀਆਂ ਨੇ? 3 ਟਰਮਸ। ਠੀਕ ਹੈ, ਪਹਿਲਾਂ ਤਾਂ ਇਹਦਾ ਹੀ ਸਕਰੀਨਸ਼ਾਟ ਲੈ ਕੇ ਰੱਖ ਲਓ, ਫਿਰ ਤੁਹਾਨੂੰ ਇਹ ਯਾਦ ਵੀ ਹੋਣਾ ਚਾਹੀਦਾ ਹੈ ਕਿ ਮੋਨੋ ਦਾ ਮਤਲਬ ਹੈ 1, ਬਾਏ ਦਾ ਮਤਲਬ ਹੈ 2, ਟਰਾਏ ਦਾ ਮਤਲਬ ਹੈ 3, ਨੋਮੀਅਲ ਦਾ ਮਤਲਬ ਤਾਂ ਦੇਖੋ ਆਪਣੇ ਕੋਲ 1 ਪਦੀ, 2 ਪਦੀ, 3 ਪਦੀ ਆ ਹੀ ਰਿਹਾ। ਠੀਕ ਹੈ, ਤਾਂ ਬੇਟਾ ਸਮਝ ਆ ਗਿਆ ਤੁਹਾਨੂੰ। ਹੁਣ ਆਪਾਂ ਇਹਦੇ ਸਮ ਕਰਦੇ ਹਾਂ। ਹਾਂਜੀ, ਰਕਮਾਂ ਦੇਖੋ। ਪਹਿਲੀ ਰਕਮ ਹੈ ਬੇਟਾ 4th ਦਾ A ਪਾਰਟ, 7x ਪਲੱਸ 3y। ਤਾਂ ਕੀ ਲੱਗ ਰਿਹਾ ਤੁਹਾਨੂੰ ਇਹ? ਯੈਸ ਬੇਟਾ, ਇਹ ਹੈਗੀ ਹੈ ਬਾਇਨੋਮੀਅਲ, 2 ਪਦੀ, ਕਿਉਂਕਿ ਆਪਣੇ ਕੋਲ ਇਹਦੇ ਵਿੱਚ 2 ਹੀ ਟਰਮਸ ਨੇ। ਠੀਕ, ਤਾਂ ਬਾਕੀ ਆਪਾਂ ਬੁੱਕ ਦੇ ਵਿੱਚੋਂ, ਇਹਦੇ ਸਟੇਟਮੈਂਟ ਦੇ ਵਿੱਚੋਂ ਹੀ ਕਰ ਲਈਏ। ਕਲਰ ਚੇਂਜ ਕਰ ਲੈਣੇ ਤਾਂ ਕਿ ਤੁਹਾਨੂੰ ਅੱਛੀ ਤਰ੍ਹਾਂ ਨਜ਼ਰ ਆਵੇ। ਹਾਂਜੀ, ਸੈਕਿੰਡ ਦੇਖੋ ਹੁਣ ਇਹਦਾ B ਪਾਰਟ, ਇਹਦੇ ਵਿੱਚ ਵੀ 2 ਹੀ ਟਰਮਸ ਨੇ, ਤਾਂ ਇਹਨੂੰ ਵੀ ਆਪਾਂ ਕੀ ਕਹਾਂਗੇ? ਬਾਇਨੋਮੀਅਲ। ਥਰਡ C ਦੇ ਵਿੱਚ ਦੇਖੋ ਕਿੰਨੀਆਂ ਟਰਮਸ ਨੇ? 3 ਟਰਮਸ ਨੇ, 3 ਰਕਮਾਂ ਨੇ, ਤਾਂ ਇਹਨੂੰ ਕੀ ਕਹਾਂਗੇ ਆਪਾਂ? ਟਰਾਈਨੋਮੀਅਲ। ਦੇਖੋ, ਜਿੱਥੇ ਬਾਏ ਲਿਖਦੇ ਆ ਉੱਥੇ 2 ਪਦੀ ਲਿਖਦੇ ਹੋ, ਟਰਾਏ ਤੇ ਆਪਾਂ ਕਿੰਨਾ ਲਿਖਣਾ ਹੈ? 3 ਪਦੀ। D ਦੇ ਵਿੱਚ ਸਿਰਫ ਇੱਕੋ ਹੀ ਰਕਮ ਹੈ, 3x ਸਕੇਅਰ ਵਾਈ ਸਕੇਅਰ, ਗੁਣਾ ਦੇ ਵਿੱਚ ਇਹ ਇੱਕੋ ਹੀ ਰਕਮ ਹੈ, ਤਾਂ ਇਹਨੂੰ ਆਪਾਂ ਕੀ ਕਹਾਂਗੇ? 1 ਪਦੀ ਹੈ, ਮੋਨੋਮੀਅਲ ਹੈ। ਠੀਕ ਹੈ ਬੇਟਾ, ਦੇਖੋ ਹੁਣ E ਦੇ ਵਿੱਚ 1 ਪਲੱਸ x, ਤਾਂ 2 ਪਦ ਨੇ ਇਹਦੇ ਵਿੱਚ, ਇਹ 2 ਪਦੀ ਹੈ, ਇਹਨੂੰ ਇੰਗਲਿਸ਼ ਕੀ ਲਿਖੋਗੇ? ਬਾਇਨੋਮੀਅਲ। F ਸਿਰਫ ਆਪਣੇ ਕੋਲ 10 ਹੈ, ਤਾਂ ਇਹਦਾ ਮਤਲਬ ਇਹ ਵੀ 1 ਪਦੀ ਹੀ ਹੈ, ਇਹ ਵੀ ਮੋਨੋਮੀਅਲ ਹੈ, ਇਹਨੂੰ ਵੀ ਕੀ ਲਿਖੋਗੇ? ਮੋਨੋਮੀਅਲ, 1 ਪਦੀ। ਠੀਕ ਹੈ, ਜਿਹੜਾ ਲਾਸਟ ਕੁਐਸਚਨ ਹੈ ਬੇਟਾ ਉਹਦੇ ਵਿੱਚ 2 ਟਰਮਸ ਨੇ, ਇਹਨੂੰ ਆਪਾਂ ਕੀ ਲਿਖਾਂਗੇ ਫਿਰ? ਇਹ 2 ਪਦੀ ਹੈ, ਬਾਇਨੋਮੀਅਲ।
ਇਹ ਤਾਂ ਸੌਖੇ ਸਮ ਸੀ ਨਾ। ਜੇ ਤੁਹਾਨੂੰ ਆਪਣੇ ਐਕਸਪ੍ਰੈਸ਼ਨ ਦੇ ਵਿੱਚ ਦੋ ਰਕਮਾਂ ਦਿਖ ਰਹੀਆਂ ਨੇ ਤਾਂ ਤੁਸੀਂ ਉਹਨੂੰ ਦੋ ਪਦੀ ਜਾਂ ਬਾਇਨੋਮੀਅਲ ਕਹੋਗੇ। ਇੱਕੋ ਹੀ ਰਕਮ ਇੱਕੋ ਹੀ ਟਰਮ ਦਿਖ ਰਹੀ ਹੈ ਫਿਰ ਉਹਨੂੰ ਤੁਸੀਂ ਮੋਨੋਮੀਅਲ ਇੱਕ ਪਦੀ ਕਹੋਗੇ। ਜੇ ਤਿੰਨ ਰਕਮਾਂ ਦਿਖ ਰਹੀਆਂ ਨੇ ਤਾਂ ਤੁਸੀਂ ਉਹਨੂੰ ਤਿੰਨ ਪਦੀ ਟਰਾਈਨੋਮੀਅਲ ਕਹੋਗੇ। ਠੀਕ ਹੈ ਬੇਟਾ, ਤਾਂ ਮੈਨੂੰ ਆਸ ਹੈ ਤੁਹਾਨੂੰ ਪੂਰੇ ਕੁਐਸਚਨ ਸਮਝ ਆ ਗਏ ਹੋਣਗੇ। ਚਲੋ ਆਪਾਂ ਇਸ ਤੋਂ ਹੁਣ ਨੈਕਸਟ ਕੁਐਸਚਨ ਕਰਦੇ ਹਾਂ। ਤਾਂ ਪੰਜਵਾਂ ਕੁਐਸਚਨ ਕਰਦੇ ਹਾਂ ਬੇਟਾ। ਇਹ ਵੀ ਬਿਲਕੁਲ ਸੌਖਾ ਕੁਐਸਚਨ ਹੈ। ਇਹਦੇ ਵਿੱਚ ਇਹਨੇ ਕਿਹਾ ਹੇਠਾਂ ਦਿੱਤੇ ਵਿਅੰਜਕਾਂ ਵਿੱਚੋਂ ਹਰੇਕ ਵਿੱਚ ਸੰਖਿਆਤਮਕ ਗੁਣਾਂਕ ਲਿਖੋ। ਸੰਖਿਆਤਮਕ ਗੁਣਾਂਕ ਮਤਲਬ ਇੰਗਲਿਸ਼ 'ਚ ਦੇਖੋ, ਹਾਂਜੀ, ਨਿਊਮੈਰੀਕਲ ਕੋਫੀਸ਼ੀਐਂਟ। ਕੀ ਕਹਾਂਗੇ? ਨਿਊਮੈਰੀਕਲ ਕੋਫੀਸ਼ੀਐਂਟ। ਤਾਂ ਚਲੋ ਬੇਟਾ ਲਿਖਦੇ ਹਾਂ ਸੰਖਿਆਤਮਕ ਗੁਣਾਂਕ। ਸੰਖਿਆਤਮਕ ਗੁਣਾਂਕ। ਤਾਂ ਬੇਟਾ 2x, ਜਦੋਂ ਆਪਾਂ 2x ਲਿਖਦੇ ਹਾਂ ਤਾਂ ਇਹਦੇ ਵਿੱਚ ਗਿਣਤੀ ਦਾ ਅੱਖਰ ਕਿਹੜਾ ਯੂਜ਼ ਕੀਤਾ ਹੋਇਆ? 2। ਤਾਂ ਇਹਦਾ ਆਨਸਰ ਕੀ ਆ ਜਾਊਗਾ ਆਪਣੇ ਕੋਲੇ? 2। ਦੂਸਰੀ ਰਕਮ ਦੇ ਵਿੱਚ ਕਿਹੜਾ ਗਿਣਤੀ ਦਾ ਅੱਖਰ ਵਰਤਿਆ ਹੋਇਆ ਜੀ? -3/2। ਤਾਂ ਇਹਦਾ ਗੁਣਾਂਕ ਆ ਜਾਏਗਾ ਸੰਖਿਆਤਮਕ ਗੁਣਾਂਕ, ਮਤਲਬ ਸੰਖਿਆ ਵਾਲਾ ਗੁਣਾ ਅੰਕ, ਨਿਊਮੈਰੀਕਲ ਕੋਫੀਸ਼ੀਐਂਟ। ਠੀਕ ਹੈ ਜੀ। ਸੀ ਦੇ ਵਿੱਚ ਦੇਖੋ ਕਿਹੜਾ ਗੁਣਾ ਹੋ ਰਿਹਾ ਹੈ ਗਿਣਤੀ ਦਾ ਅੱਖਰ? 7/2। ਤਾਂ ਇਹਦਾ ਆਨਸਰ ਇਹ ਆ ਜਾਏਗਾ। ਡੀ ਜਿਹੜਾ ਹੈ ਦੇਖੋ ਉਹਦੇ ਵਿੱਚ ਹੈ ਮਾਈਨਸ ਹੈ, ਫਿਰ ਪੀ ਸਕੇਅਰ ਹੈ, ਫਿਰ ਕਿਊ ਸਕੇਅਰ ਹੈ। ਤੁਸੀਂ ਕਹੋਗੇ ਜੀ ਇਹਦੇ ਵਿੱਚ ਤਾਂ ਗਿਣਤੀ ਦਾ ਅੱਖਰ ਕੋਈ ਵੀ ਨਹੀਂ ਹੈ। ਤਾਂ ਬੇਟਾ ਜੋ ਪੀ ਸਕੇਅਰ ਕਿਊ ਸਕੇਅਰ ਹੈ ਤਾਂ ਉਹ ਕਿੰਨੇ ਪੀ ਸਕੇਅਰ ਕਿਊ ਸਕੇਅਰ ਹੈ? 1। ਤਾਂ ਮੂਰੇ ਇੱਕ ਮਾਈਨਸ ਦਾ ਸਾਈਨ ਵੀ ਹੈ ਤਾਂ ਕਿੰਨਾ ਉਹਦਾ ਨਿਊਮੈਰੀਕਲ ਕੋਫੀਸ਼ੀਐਂਟ ਹੋ ਜਾਏਗਾ? -1। ਲਾਸਟ ਕੁਐਸਚਨ ਹੈ ਉਹਦੇ ਵਿੱਚ ਹੈ -5mn²। ਤਾਂ ਇਹਦਾ ਸੰਖਿਆਤਮਕ ਗੁਣਾਂਕ ਕਿੰਨਾ ਹੋ ਜਾਊਗਾ? -5। ਠੀਕ ਹੈ ਬੇਟਾ, ਇਹ ਸਮਝ ਆ ਗਿਆ ਤੁਹਾਨੂੰ ਸਵਾਲ? ਸਿਰਫ ਉਹਨੇ ਗਿਣਤੀ ਵਾਲਾ ਅੱਖਰ ਪੁੱਛਿਆ ਸੀ ਜੋ ਗੁਣਾ ਹੋ ਰਿਹਾ ਹੈ। ਨਿਊਮੈਰੀਕਲ ਕੋਫੀਸ਼ੀਐਂਟ ਮਾਈਂਡ ਦੇ ਵਿੱਚ ਯਾਦ ਰੱਖਣਾ ਹੈ। ਸਿਰਫ ਸੰਖਿਆ ਨੰਬਰ, ਸਿਰਫ ਨੰਬਰ ਵਾਲਾ ਅੱਖਰ ਦੱਸਣ ਨੂੰ ਕਹਿ ਰਿਹਾ, ਗਿਣਤੀ ਵਾਲਾ ਅੱਖਰ। ਕਲੀਅਰ ਹੈ ਜੀ। ਹੁਣ ਆਪਾਂ ਇਸ ਤੋਂ ਅਗਲਾ ਕੁਐਸਚਨ ਕਰਦੇ ਹਾਂ। ਹਾਂਜੀ, ਹੁਣ ਆ ਗਿਆ ਆਪਣੇ ਕੋਲੇ 6ਵਾਂ ਕੁਐਸਚਨ। ਕੀ ਸਟੇਟਮੈਂਟ ਹੈ? ਸਟੇਟ ਵੈਦਰ ਦਾ ਗਿਵਨ ਪੇਅਰ ਆਫ ਟਰਮਸ ਇਜ਼ ਲਾਈਕ ਔਰ ਅਨਲਾਈਕ ਟਰਮਸ। ਪੰਜਾਬੀ ਦੇ ਵਿੱਚ ਕੀ ਹੈ ਦੇਖੋ, ਦੱਸੋ ਕਿ ਹੇਠਾਂ ਲਿਖੇ ਜੋੜੇ ਜਿਹੜੇ ਨੇ ਉਹਨਾਂ ਚੋਂ ਸਮਾਨ ਪਦਾਂ ਦੇ ਨੇ ਉਹ ਕਿ ਅਸਮਾਨ ਪਦਾਂ ਦੇ ਨੇ। ਤਾਂ ਲਓ ਜੀ ਇਹਨੂੰ ਕੁਐਸਚਨ ਨੂੰ ਕਰਦੇ ਹਾਂ। ਲਾਈਕ ਨੂੰ ਆਪਾਂ ਕੀ ਕਹਿਣਾ? ਸਮਾਨ। ਅਨਲਾਈਕ ਨੂੰ ਆਪਾਂ ਕੀ ਕਹਿਣਾ? ਅਸਮਾਨ। ਤਾਂ ਇਹਨੂੰ ਡਿਫਰੈਂਸ਼ੀਏਟ ਕਰਾਂਗੇ ਕਿਵੇਂ? ਆਪਾਂ ਕਿਵੇਂ ਅਲੱਗ-ਅਲੱਗ ਕਰਾਂਗੇ? ਤਾਂ ਬੇਟਾ ਜੀ ਇਹਨੂੰ ਸਮਝੋ, ਜਦੋਂ ਆਪਾਂ ਲਿਖਦੇ ਹਾਂ ਸਮਾਨ, ਲਾਈਕ, ਤਾਂ ਉਹਦੇ ਵਿੱਚ ਜਿਹੜਾ ਵੇਰੀਏਬਲ ਵਰਤਿਆ ਹੋਊਗਾ ਬੇਟਾ, ਵੇਰੀਏਬਲ ਉਹ ਬਿਲਕੁਲ ਸੇਮ ਹੋਊਗਾ। ਠੀਕ ਹੈ। ਜਦੋਂ ਆਪਾਂ ਅਨਲਾਈਕ ਦੀ ਗੱਲ ਕਰਦੇ ਹਾਂ, ਅਸਮਾਨ ਦੀ ਗੱਲ ਕਰਦੇ ਹਾਂ, ਤਾਂ ਉਦੋਂ ਜਿਹੜਾ ਵੇਰੀਏਬਲ ਵਰਤਿਆ ਹੋਊਗਾ, ਮਤਲਬ ਚੱਲ ਵਰਤਿਆ ਹੋਊਗਾ, ਇਹ ਚੱਲ ਹੁੰਦਾ ਨਾ, ਤਾਂ ਜਿਹੜਾ ਚੱਲ ਵਰਤਿਆ ਹੋਊਗਾ ਉਹ ਡਿਫਰੈਂਟ ਹੋਊਗਾ, ਇੱਕੋ ਜਿਹਾ ਨਹੀਂ ਹੋਊਗਾ। ਠੀਕ ਹੈ ਜੀ, ਵੱਖ-ਵੱਖ ਹੋਊਗਾ। ਤਾਂ ਬਸ ਇਹਦੇ ਬੇਸ 'ਤੇ ਆਪਾਂ ਇਹਨੂੰ ਲੱਭ ਸਕਦੇ ਹਾਂ ਬੜੇ ਆਰਾਮ ਨਾਲ। ਸੌਖਾ ਜਿਹਾ ਹੀ ਕੁਐਸਚਨ ਹੈ। ਚਲੋ ਜੀ ਫਸਟ ਕੁਐਸਚਨ ਦੇਖੋ, ਇਹ ਹੈਗਾ ਬੇਟਾ -3y ਹੈ, 7/8y ਹੈ। ਦੇਖੋ ਇੰਗਲਿਸ਼ ਦਾ ਜਿਹੜਾ ਅਲਫਾਬੈਟ ਯੂਜ਼ ਕੀਤਾ ਹੈ, y ਜਿਹੜਾ ਇਸ ਆਪਣੇ ਐਕਸਪ੍ਰੈਸ਼ਨ ਦੇ ਵਿੱਚ ਵੇਰੀਏਬਲ ਹੈ, ਦੋਨਾਂ ਦੇ ਵਿੱਚ ਸੇਮ ਹੈ ਨਾ, ਕੁਝ ਵੀ ਅਲੱਗ ਨਹੀਂ ਹੈ। ਤਾਂ ਇਸ ਟਰਮ ਨੂੰ ਆਪਾਂ ਕਹਾਂਗੇ ਲਾਈਕ, ਸਮਾਨ। ਠੀਕ ਹੈ। ਸੈਕਿੰਡ ਕੁਐਸਚਨ ਦੇਖੋ, ਇਹ ਹੈਗਾ -32 -32x। ਬੇਟਾ ਦੋਨਾਂ ਦੇ ਵਿੱਚ ਵੇਰੀਏਬਲ ਸੇਮ ਨਹੀਂ ਵਰਤਿਆ ਗਿਆ। ਐਂ ਕਹਿ ਲਓ ਪਹਿਲੇ ਦੇ ਵਿੱਚ ਤਾਂ ਕੋਈ ਚੱਲ ਹੈ ਹੀ ਨਹੀਂ, ਦੂਜੇ ਦੇ ਵਿੱਚ ਉਹਨੇ x ਵਰਤ ਲਿਆ, ਤਾਂ ਇਹਨੂੰ ਆਪਾਂ ਕੀ ਕਹਾਂਗੇ? ਅਨਲਾਈਕ, ਅਸਮਾਨ। ਠੀਕ ਹੈ, ਸਮਝ ਆ ਗਿਆ। ਹੁਣ ਨੈਕਸਟ ਮੇਰੇ ਦੱਸਣ ਤੋਂ ਪਹਿਲਾਂ ਹੀ ਆਪਣੇ ਮਾਈਂਡ ਦੇ ਵਿੱਚ ਆਨਸਰ ਬਣਾ ਲਓ। 3x² ਹੈ, 3xy² ਹੈ। ਤੁਹਾਨੂੰ ਇੱਕ ਵਾਰੀ 'ਚ ਲੱਗ ਸਕਦਾ ਵੀ ਸੇਮ ਨੇ, ਬਟ ਬੇਟਾ ਪਹਿਲੇ ਦੇ ਵਿੱਚ 2 ਵਾਰੀ x ਹੈ, 1 ਵਾਰੀ y ਹੈ। ਦੂਜੇ ਦੇ ਵਿੱਚ 1 ਵਾਰੀ x ਹੈ ਅਤੇ 2 ਵਾਰੀ y ਹੈ। ਸੌਰੀ, ਪਹਿਲੇ ਦੇ ਵਿੱਚ 2 ਵਾਰੀ x ਸੀ, 1 ਵਾਰੀ y ਸੀ। ਠੀਕ ਹੈ। ਦੂਜੀ ਰਕਮ ਦੇ ਵਿੱਚ 1 ਵਾਰੀ x ਹੈ, 2 ਵਾਰੀ y ਹੈ। ਤਾਂ ਇਹ ਬੇਟਾ ਹੋਣਗੇ ਅਨਲਾਈਕ, ਅਸਮਾਨ। ਕਲੀਅਰ। ਹੁਣ ਅਗਲਾ ਦੇਖੋ, ਡੀ ਇਹਦਾ mn² ਹੈ, ਇੱਥੇ mn² ਕਿਉਂ?
तो ਕਲੀਅਰਲੀ ਦਿਖ ਰਿਹਾ ਹੈ ਕਿ ਇੱਕ ਦੇ ਵਿੱਚ ਤਾਂ m ਤੇ n ਸਕੁਅਰ ਯੂਜ਼ ਕੀਤੇ ਹੋਏ ਨੇ ਤੇ ਦੂਸਰੇ ਵਿੱਚ ਚਲ ਜਿਹੜਾ ਹੈ q ਵੀ ਯੂਜ਼ ਕੀਤਾ ਹੋਇਆ। ਤਾਂ ਇਹਦਾ ਮਤਲਬ ਇਹ ਕਿਸ ਤਰ੍ਹਾਂ ਦੇ ਨੇ? ਅਨਲਾਈਕ, ਅਸਮਾਨ। ਕਲੀਅਰ ਹੈ ਜੀ। ਨੈਕਸਟ ਦੇਖੋ 8pq ਹੈ, 32pq ਸਕੁਅਰ ਹੈ। ਉਹੀ ਸੇਮ ਗੱਲ, ਪਹਿਲੇ ਵਿੱਚ ਤਾਂ ਚਲ ਕਿਹੜੇ ਨੇ? p ਤੇ q, ਦੂਜੇ 'ਚ ਚਲ ਕਿਹੜੇ ਨੇ? p ਹੈ, 2 ਵਾਰੀ q ਹੈ। ਤਾਂ ਇਹ ਵੀ ਕਿਹੜਾ ਆਊਗਾ? ਅਨਲਾਈਕ, ਅਸਮਾਨ। ਫਿਰ ਹੈਗਾ ਆਪਣੇ ਕੋਲੇ 10 ਤੇ 15। ਤਾਂ ਬੇਟਾ ਇਹਦੇ ਵਿੱਚ ਤਾਂ ਕੋਈ ਚੱਲ ਵਰਤਿਆ ਵੀ ਨਹੀਂ ਹੋਇਆ, ਪਰ ਆਪਾਂ ਨੂੰ ਪਤਾ ਹੈ ਕਿ ਇਹਨਾਂ ਨੂੰ ਅਸੀਂ ਪਲੱਸ ਮਾਈਨਸ ਗੁਣਾ ਭਾਗ ਕਰ ਸਕਦੇ ਹਾਂ। ਤਾਂ ਇਹ ਲਾਈਕ ਨੇ, ਸਮਾਨ ਨੇ, ਗਿਣਤੀ ਦੇ ਅੱਖਰ ਹੀ ਨੇ ਨਾ, ਤਾਂ ਇਹ ਕੀ ਹੋਣਗੇ? ਲਾਈਕ ਟਰਮਸ। ਕਲੀਅਰ ਹੋ ਗਿਆ ਬੇਟਾ। ਹੁਣ ਆਪਾਂ ਇਸ ਤੋਂ ਨੈਕਸਟ ਸਮ ਕਰਦੇ ਹਾਂ। ਹਾਂਜੀ ਬੇਟਾ, ਅਗਲਾ ਜਿਹੜਾ ਕੁਐਸਚਨ ਹੈ ਆਪਣਾ 7th, ਇਨ ਦਾ ਫੋਲੋਇੰਗ ਐਲਜਬਰਿਕ ਐਕਸਪ੍ਰੈਸ਼ਨ ਰਾਈਟ ਦਾ ਕੋਫੀਸ਼ੀਐਂਟ ਆਫ। ਪੰਜਾਬੀ 'ਚ ਕੀ ਹੈ? ਹੇਠਾਂ ਦਿੱਤੇ ਬੀਜ ਗਣਿਤਿਕ ਵਿਅੰਜਕਾਂ ਵਿੱਚ ਗੁਣਾਂਕ ਲਿਖੋ। ਕਿਹਦਾ ਗੁਣਾਂਕ ਲਿਖੀਏ ਬਈ? ਜੋ ਜੋ ਆਪਾਂ ਨੂੰ ਕੁਐਸਚਨਾਂ ਦੇ ਵਿੱਚ ਪੁੱਛਿਆ ਹੋਊਗਾ ਆਪਾਂ ਉਹਨਾਂ ਦਾ ਗੁਣਾਂਕ ਲਿਖਣਾ। ਤਾਂ ਚਲੋ ਫਸਟ ਕੁਐਸਚਨ ਤੋਂ ਸਟਾਰਟ ਕਰਦੇ ਹਾਂ ਇਹਦੇ। ਹਾਂਜੀ 7th ਦਾ ਫਸਟ ਪਾਰਟ ਹੈ ਬੇਟਾ, ਇਹਨੇ ਕਿਹਾ x ਦਾ ਗੁਣਾਂਕ ਲਿਖਣਾ ਹੈ ਐਕਸ ਸਕੁਅਰ ਵਾਈ ਦੇ ਵਿੱਚ। ਐਕਸ ਸਕੁਅਰ ਵਾਈ, ਤਾਂ ਇਹਦੇ ਕੋਫੀਸ਼ੀਐਂਟ ਪੂਰਾ ਖੋਲ ਲਓ ਇਹਨੂੰ, x ਗੁਣਾ y। ਤਾਂ ਇਹਨੇ ਕਿਹਾ x ਦਾ ਕੋਫੀਸ਼ੀਐਂਟ ਕੀ ਹੋਊਗਾ? ਤਾਂ ਜੋ x ਦੇ ਨਾਲ ਮਲਟੀਪਲਾਈ ਹੋ ਰਿਹਾ ਹੈ ਉਹ x ਦਾ ਕੋਫੀਸ਼ੀਐਂਟ ਹੋਊਗਾ। ਤਾਂ ਇਹਨੂੰ ਕਿਵੇਂ ਲਿਖਾਂਗੇ? ਕੋਫੀਸ਼ੀਐਂਟ ਆਫ x ਇਜ਼ xy। x ਦਾ ਗੁਣਾਂਕ ਬਰਾਬਰ ਹੈ xy। ਸਮਝ ਆਇਆ ਬੇਟਾ? ਜੇ ਨਹੀਂ ਆਇਆ ਦੇਖੋ ਸੈਕਿੰਡ ਕੁਐਸਚਨ ਕਰਦੇ ਹਾਂ, ਤੁਹਾਨੂੰ ਹੋਰ ਅੱਛੀ ਤਰ੍ਹਾਂ ਸਮਝ ਆ ਜਾਏਗਾ। ਦੇਖੋ ਸੈਕਿੰਡ ਕੁਐਸਚਨ ਕੀ ਹੈ? ਐਕਸ ਵਾਈ ਜ਼ੈਡ ਦਾ ਗੁਣਾਂਕ ਲਿਖੋ ਕਹਿੰਦੇ। ਕਿਹਦੇ ਵਿੱਚ? 15x x y z। ਦੇਖੋ ਵਿੱਚ ਮੈਂ ਗੁਣਾ ਦਾ ਨਿਸ਼ਾਨ ਨਹੀਂ ਪਾ ਰਹੀ, ਮੈਂ ਡਾਟ ਪਾ ਰਹੀ ਹਾਂ, ਇਹਦਾ ਮਤਲਬ ਵੀ ਗੁਣਾ ਹੀ ਹੁੰਦਾ। ਤਾਂ ਆਪਾਂ ਕਿਹਦਾ ਗੁਣਾਂਕ ਲਿਖਣਾ ਚਾਹੁੰਦੇ ਹਾਂ? x y z ਦਾ। ਤਾਂ ਉਹਦੇ ਨਾਲ ਗੁਣਾ ਹੋ ਕੌਣ ਰਿਹਾ ਜੀ? 15x। ਤਾਂ ਇੱਥੇ ਕੀ ਲਿਖਾਂਗੇ? x y z ਦਾ ਗੁਣਾਂਕ ਕਿੰਨਾ? 15x। ਤਾਂ ਦੇਖੋ ਸਮਝ ਆਇਆ ਕੁਛ? ਫੈਕਟਰਸ ਬਣਾ ਲਿਆ ਆਪਾਂ ਪੂਰੀ ਟਰਮ ਦੇ, ਜਿੱਥੇ ਆਪਾਂ ਨੂੰ ਉਹ ਰਕਮ ਦਿਖੀ ਜਿਹਦਾ ਗੁਣਾਂਕ ਕੱਢਣਾ ਸੀ ਉਹਦੇ ਨਾਲ ਵਾਲੇ ਗੁਣਾ ਅੰਕ ਆਪਾਂ ਲਿਖ ਦਿੱਤੇ। ਸਮਝ ਆ ਗਿਆ? ਹੁਣ ਆਪਾਂ ਇਸ ਤੋਂ ਨੈਕਸਟ ਕੁਐਸਚਨ ਕਰਦੇ ਹਾਂ। ਹਾਂਜੀ ਸੀ ਪਾਰਟ ਦੇਖੋ 3 ਹੈ, ਸੀ ਪਾਰਟ ਇਹਦਾ, ਠੀਕ ਹੈ 3, ਫਿਰ 2 ਵਾਰੀ p ਹੈ, 2 ਵਾਰੀ q ਹੈ ਤੇ 2 ਵਾਰੀ r ਹੈ। ਡਾਟ ਪਾ ਲਓ ਇਹਨਾਂ ਦੇ ਵਿਚਾਲੇ ਵੀ ਇਹ ਮਲਟੀਪਲਾਈ 'ਚ ਨੇ। ਆਪਾਂ ਨੂੰ ਚਾਹੀਦਾ ਗੁਣਾਂਕ 3pq ਸਕੁਅਰ ਦਾ। ਤਾਂ 3pq ਸਕੁਅਰ ਦਾ। ਉਸ ਤੋਂ ਬਾਅਦ ਦੇਖ ਲਓ ਆਪਣੇ ਕੋਲ ਕੀ ਕੀ ਬਚਿਆ? p ਬਚਿਆ ਤੇ 2 ਵਾਰੀ r ਬਚੀ ਹੈ, ਮਤਲਬ pr ਸਕੁਅਰ। ਸਮਝ ਆ ਗਿਆ ਜੀ? ਨੈਕਸਟ m ਸਕੁਅਰ ਦਾ ਗੁਣਾਂਕ ਚਾਹੀਦਾ ਇਸ ਰਕਮ ਦੇ ਵਿੱਚ। ਕਿਹੜੀ ਰਕਮ ਹੈ? m ਸਕੁਅਰ ਪਲੱਸ n ਸਕੁਅਰ। ਤਾਂ m ਸਕੁਅਰ ਦੇ ਨਾਲ ਬੇਟਾ ਗੁਣਾ ਕੀ ਹੋ ਰਿਹਾ ਹੈ? 1। ਤਾਂ ਕੋਫੀਸ਼ੀਐਂਟ ਆਫ m ਸਕੁਅਰ ਕੀ ਹੋਊਗਾ? 1। n ਵੱਲ ਨਹੀਂ ਜਾਣਾ, n ਤਾਂ ਪਲੱਸ ਹੋ ਰਿਹਾ ਹੈ ਤਾਂ ਇੱਕ ਅਲੱਗ ਟਰਮ ਬਣ ਗਈ। ਆਪਾਂ ਸਿਰਫ ਕੱਢਣਾ ਹੈ ਕਿ m ਸਕੁਅਰ ਨਾਲ ਗੁਣਾਂਕ ਕੀ ਹੈ, ਗੁਣਾ ਕੀ ਹੋ ਰਿਹਾ ਹੈ। ਕਲੀਅਰ ਜੀ? ਲਾਸਟ ਕੁਐਸਚਨ, ਇਹਨੇ ਕਿਹਾ ਐਕਸ ਵਾਈ ਦਾ ਗੁਣਾਂਕ ਕੱਢਣਾ ਇਸ ਪੂਰੀ ਟਰਮ ਦੇ ਵਿੱਚ। ਤਾਂ x 2 ਵਾਰੀ ਹੈ, y 2 ਵਾਰੀ ਹੈ, ਫਿਰ ਪਲੱਸ 2x ਹੈ, ਪਲੱਸ 3 ਹੈ। ਇੰਨਾ ਵੱਡਾ ਐਕਸਪ੍ਰੈਸ਼ਨ ਹੈ ਇਹ। ਇਹਦੇ ਵਿੱਚੋਂ ਆਪਾਂ ਕਿਹਦਾ ਗੁਣਾਂਕ ਕੱਢਣਾ ਹੈ? ਐਕਸ ਵਾਈ ਦਾ। ਤਾਂ ਐਕਸ ਵਾਈ ਦੇ ਨਾਲ ਗੁਣਾ ਕੀ ਹੋ ਰਿਹਾ ਜੀ? ਐਕਸ ਵਾਈ। ਤਾਂ ਐਕਸ ਵਾਈ ਦਾ ਗੁਣਾਂਕ ਕੀ ਹੋਏਗਾ? ਐਕਸ ਵਾਈ। ਕਲੀਅਰ ਹੈ ਬੇਟਾ? ਹੁਣ ਆਪਾਂ ਇਸ ਤੋਂ ਨੈਕਸਟ ਕੁਐਸਚਨ ਕਰਦੇ ਹਾਂ। ਜਿਹੜਾ 8th ਕੁਐਸਚਨ ਹੈ ਬੇਟੇ, ਉਹਦੇ ਵਿੱਚ ਹੈ ਹੇਠਾਂ ਦਿੱਤੇ ਵਿਅੰਜਕਾਂ ਦੇ ਪਦ ਅਤੇ ਉਹਨਾਂ ਦੇ ਗੁਣਨਖੰਡਾਂ ਨੂੰ ਪਛਾਣੋ ਅਤੇ ਦਰਖਤ ਚਿੱਤਰ ਦੁਆਰਾ ਦਰਸਾਓ। ਪਹਿਲਾਂ ਆਪਾਂ ਕੀ ਕੀਤਾ ਸੀ? ਸਿਰਫ ਟੇਬਲ ਬਣਾ ਕੇ ਦੱਸਦੇ ਸੀ ਨਾ ਪਹਿਲੇ ਤੀਜੇ ਕੁਐਸਚਨ ਦੇ ਵਿੱਚ। ਇਹਦੇ ਵਿੱਚ ਉਹਨੇ ਕਿਹਾ ਅਲਜਬਰਿਕ ਉਹ ਟਰੀ ਡਾਇਗਰਾਮ ਬਣਾ ਕੇ ਦਿਖਾਓ ਸਾਨੂੰ ਕਹਿੰਦੇ। ਦੇਖੋ ਆਈਡੈਂਟੀਫਾਈ ਦਾ ਟਰਮਸ ਐਂਡ ਦੇਅਰ ਫੈਕਟਰਸ ਇਨ ਦਾ ਫੋਲੋਇੰਗ ਐਕਸਪ੍ਰੈਸ਼ਨ ਬਾਏ ਟਰੀ ਡਾਇਗਰਾਮ। ਤਾਂ ਬੇਟਾ ਇਹਨੂੰ ਕਰਦੇ ਹਾਂ ਆਪਾਂ ਟਰੀ ਡਾਇਗਰਾਮ ਬਣਾਉਣੇ ਸਿੱਖਦੇ ਹਾਂ। ਦੇਖੋ 8th ਦਾ ਫਸਟ ਪਾਰਟ ਆਪਾਂ ਕਰਦੇ ਹਾਂ। ਕੀ ਰਕਮ ਹੈ ਬੇਟਾ ਉਹਦੀ? 12xy ਪਲੱਸ 7x ਸਕੁਅਰ। ਹੁਣ ਆਪਾਂ ਇਹਦਾ ਟਰੀ ਡਾਇਗਰਾਮ ਬਣਾਉਣਾ। ਅਤੇ ਇਹਦੇ ਵਿੱਚ ਟਰਮਸ ਕਿੰਨੀਆਂ ਨੇ ਰਾਜੇ? 2 ਹੀ ਟਰਮਸ ਨੇ। ਪਹਿਲੀ ਕਿਹੜੀ ਹੈ? 12xy ਅਤੇ 7x ਸਕੁਅਰ।
ਹੁਣ ਇਸ 12xy ਦੇ ਵੀ ਆਪਾਂ ਫੈਕਟਰ ਬਣਾਉਣੇ ਨੇ। ਕਿਹੜੇ ਬਣ गए? एक तो 12 आ गया, एक x आ गया, एक y आ गया। इस दे भी आप फैक्टर बनाने ने। 7 है तो 2 टाइम्स अपने कोले 2 बारी x है, तो ये बेटा बन गया अपना ट्री डायग्राम। समझ आ गई जी। हुण इस तो नैक्सट सम करते हैं। नाल दी नाल बेटा स्क्रीनशॉट लई जाया करो ताकि तुहाडे नैक्सट सम चल रहे ने तो ये मिस ना होण विचों दी। ठीक है, हुण इसका सैकेंड पार्ट देखो। ये हैगा बेटा पी स्केयर क्यू स्केयर प्लस 3mn स्केयर माइनस 2pqr। तो किन्नियां टर्म्स ने इहदियां 3, तो आप 3 ही इदां इहदे ब्रांचिज बनावांगे। पी स्केयर क्यू स्केयर 3mn स्केयर माइनस 2pqr। तो बेटा ये अगे किन्ने बननगे? 4 फैक्टर्स बननगे। क्यों 4 फैक्टर्स? क्योंकि 2 बारी तो अपने कोल पी है जी, 2 बारी अपने कोले क्यू है। स्केयर लिखा हुआ ना, तो स्केयर का मतलब की है बेटा भी उस टर्म में आप 2 टाइम्स लिखना। जे ना पता लगे पहला भी किन्नियां ब्रांचिज बनाउणियां ने तो लाइन वाइज लिखना शुरू कर दो। देखो मैं 3 लिख लिया, फिर मैं m लिख लिया, फिर n स्केयर सी तो उन्होंने मैं 2 बारी लिख लिया। ठीक है, गलती ना होवे आप इदां लिख सकते हैं। देखो पहला हैगा -2, फिर p, फिर q, फिर r। क्लीयर है जी। सैकेंड सम का भी बन गया ट्री डायग्राम। नैक्सट के भी अपने को 3 ही टर्म्स ने, तो 3 ही ब्रांचिज बन गई। तो पहले च है राजे 2x स्केयर वाई स्केयर, एक्स वाई जैड स्केयर तो जैड वाई। हाँ जी 2 पहला 2 बन गया, फिर 2 बारी x है जी ये 2 बारी हैगा y। तो पहले तो सारिया ब्रांचिज होर बन गई। हाँ जी पहला x y तो 2 बारी की है अपने को z। थर्ड दे विच एक z है तो एक y। तो ये बन गया बेटा अपने को ट्री डायग्राम ऑफ थर्ड क्वेश्चन, थर्ड पार्ट 8th का। हुण इस तो बाद आप इहदा 4th पार्ट करते हैं। देखो बेटा रकम मैं लिख लीती, ये अपने को 3 टर्म्स सी, 3 मैं ब्रांचिज की निशानियां लगा लियाँ। तो फस्ट हैगी है 3/2 x की क्यूब, x की घात 3। तो यदा मतलब है इत्थे x नूं आपां कितनी बार लिखना है? 3 बारी। देखो 7y क्यूब, y के उपर 3 घात है तो ये भी आप y नूं 3 बार लिखांगे। तो यदा फस्ट की हो गया जी 3/2 तो 3 टाइम्स x है। हुण ये पहला 2 तो स्टार्ट किया है, फिर 2 बारी अपने को x है जी। ठीक है बेटा जी, समझ आ रहा है। तो 2 बारी y। ये बेटा एक बारी माइनस का 7 है, फिर y तो y क्योंकि 3 टाइम्स आऊगा। देखो समझ आ गया है ट्री डायग्राम बनाना सारिਆਂ ਨੂੰ। ਹੁਣ ਆਪਾਂ इस तो नैक्सट सम करते हैं। मेरे ख्याल से एक ही सम रह गया अपने को। हाँ जी ये रह गया MCQs। देखो फस्ट MCQ की है, एक पद वाले व्यंजक नूं की कहने हाँ? एन एक्सप्रैशन विद ओनली 1 टर्म इज़ कॉल्ड की कहने जी? जिहड़ा इक्को ही टर्म वाला हुंदा है, हाँ जी उहनूं आपां कहने हुन्ने आ मोनोमियल। तो इहदा किहड़ा आंसर आऊगा? फस्ट आंसर मोनोमियल। अगला क्वेश्चन देखो, इन्हें कहा है कोफिशेंट ऑफ एक्स इन, देखो ये रकम है, ये एक्स कित्थे लिखा दिख रहा है? आ सी सेंटर दे विच। तो ये गुणा की हो रहा है? कला माइनस। कला माइनस तो नहीं लिख सकते, की लिखांगे फिर? -1। तो किहड़ी ऑप्शन आ जूगी? ए। पंजाबी दे विच बोलीए तो इन्हें पूछा सी एक्स का गुणांक की है। ठीक है, अगला देखो विच ऑफ द फॉलोइंग आर लाइक टर्म्स। तो की पूछा? समान पद किहड़े ने? तो समान पद लभने ने। देखो पहले विच तो एक्स तो वाई है, नहीं हो सकता। तीजे विच एक्स वाई तो एक्स है, नहीं हो सकता। देखो मैनू सैकेंड मिल गया। 15x सी 12x सी, दोनों को एक्स सी, तो अपने को लाइक टर्म किहड़ी आ गई बेटा? यदी बी। चौथा आ गया टर्म्स आर एडिड टू फॉर्म। कहते पंजाबी च देखते हैं पदां नूं जोड़ के की बनते ने? तो पदां नूं जोड़ के बेटा व्यंजक बनते ने। किहड़ी ऑप्शन आऊगी? फस्ट ऑप्शन। पदां नूं टर्म्स नूं जोड़ के की बनते ने? एक्सप्रैशनस। तो ये सीगी बेटा तुहाडी एक्सरसाइज 12.1 जिहड़ी आपां इस वीडियो दे विच कंप्लीट कीती है। मैनूं पूरी आस है कि तुहानूं ये बहुत चंगी तरह समझ आ गई होएगी। ठीक है जी, हुण अपनी नोटबुक्स पूरियां कर लो तो सम खुद भी करके देख लो। बाय बच्चे।